ਹਾਂਜੀ ਅਸੀਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਅਤੇ ਵਿਆਕਰਣ ਟੌਪਿਕ ਕਰ ਰਹੇ ਸੀ। ਪਹਿਲੀ ਵੀਡੀਓ 'ਚ ਅਸੀਂ ਅੱਧੇ ਕੁਐਸਚਨ ਡਿਸਕਸ ਕਰ ਚੁੱਕੇ ਹਾਂ। ਹੁਣ ਅਸੀਂ ਅਗਲੇ ਕੁਐਸਚਨ ਸਟਾਰਟ ਕਰਾਂਗੇ। ਹਾਂਜੀ, ਊੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? 3। ਔਂਕੜ, ਦਲੈਂਕੜ ਤੇ ਹੋੜਾ। ਐੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਵਾ? 3। ਕੰਨਾ, ਦੁਲਾਵਾਂ, ਕਨੋੜਾ। ਮੁਕਤਾ ਲੱਗਦਾ ਵਾ ਐੜੇ ਦੇ ਨਾਲ, ਠੀਕ ਹੈ। ਈੜੀ ਨਾਲ ਕਿੰਨੀਆਂ ਲਗਾਂ ਲੱਗਦੀਆਂ ਵਾ? 3। ਸਿਹਾਰੀ, ਬਿਹਾਰੀ ਤੇ ਲਾਂ। ਲਗਾਂ ਟੋਟਲ ਕਿੰਨੀਆਂ ਵਾ? 10। ਮੁਕਤੇ ਨੂੰ ਕੱਢ ਕੇ 9 ਲਗਾਂ ਬਣਦੀਆਂ ਨੇ, ਮੁਕਤਾ ਪਾ ਕੇ 10 ਬਣਦੀਆਂ ਨੇ, ਠੀਕ ਹੈ। ਥੋੜਾ ਕਿਸ ਉਪਭਾਸ਼ਾ ਦਾ ਸ਼ਬਦ ਹੈ? ਮਲਵਈ ਦਾ। ਡਿੱਠਾ ਮਾਝੀ ਦਾ ਵਾ। ਇਹ ਕਿਸ ਉਪਭਾਸ਼ਾ ਦਾ ਸ਼ਬਦ ਹੈ? ਮਾਝੀ ਦਾ। ਕਰਦੇ ਨੇ, ਇਹ ਵੀ ਮਾਝੀ ਦਾ ਵਾ। ਤੁਹਾਡਾ ਕਿਸ ਉਪਭਾਸ਼ਾ ਦਾ ਸ਼ਬਦ ਹੈ? ਮਲਵਈ ਦਾ। ਬੱਗੀ ਮਲਵਈ ਦਾ। ਕੇ ਕਿਸ ਉਪਭਾਸ਼ਾ ਦਾ ਸ਼ਬਦ ਹੈ? ਦੁਆਬੀ ਦਾ। ਪੇ ਕਿਸ ਉਪਭਾਸ਼ਾ ਦਾ ਸ਼ਬਦ ਹੈ? ਦੁਆਬੀ ਦਾ। ਕੇ ਤੇ ਪੇ ਦੁਆਬੀ ਦੇ ਸ਼ਬਦ ਨੇ। ਸੇ ਕਿਸ ਉਪਭਾਸ਼ਾ ਦਾ ਸ਼ਬਦ ਹੈ? ਦੁਆਬੀ ਦਾ। ਗੇਚੜਾ ਕਿਸ ਉਪਭਾਸ਼ਾ ਦਾ ਸ਼ਬਦ ਹੈ? ਦੁਆਬੀ ਦਾ। ਮੈਂਡਾ ਮੁਲਤਾਨੀ ਲਹਿੰਦੀ ਦਾ। ਤੈਂਡਾ ਮੁਲਤਾਨੀ ਲਹਿੰਦੀ ਦਾ। ਮਿੱਗੀ ਕਿਸ ਉਪਭਾਸ਼ਾ ਦਾ ਸ਼ਬਦ ਹੈ? ਪੋਠੋਹਾਰੀ ਦਾ। ਤੁੱਗੀ ਵੀ ਪੋਠੋਹਾਰੀ ਦਾ। ਲਗਾ ਮਾਤਰਾ ਦੀ ਨਿਰਧਾਰਿਤ ਤਰਤੀਬ ਨੂੰ ਕੀ ਕਿਹਾ ਜਾਂਦਾ ਹੈ? ਮੁਹਾਰਨੀ। ਲਗਾਂ ਕਿੰਨੀਆਂ ਵਾ? 10, ਠੀਕ ਹੈ। ਸਾਹਿਤ ਦਾ ਪ੍ਰਯੋਜਨ ਕੀ ਹੈ? ਗਿਆਨ ਦੇਣਾ। ਪ੍ਰਯੋਜਨ ਜਾਂ ਉਦੇਸ਼, ਠੀਕ ਹੈ। ਸਾਹਿਤ ਦਾ ਉਦੇਸ਼ ਕੀ ਹੈ? ਗਿਆਨ ਦੇਣਾ। ਕਲਾ ਦਾ ਪ੍ਰਯੋਜਨ ਕੀ ਹੈ? ਕਲਾ ਦਾ ਉਦੇਸ਼ ਕੀ ਹੈ? ਸੋਹਜ ਸਵਾਦ ਦੀ ਪੂਰਤੀ ਕਰਨਾ, ਸੌਂਦਰਯ ਗੁਣ ਦਾ ਵਿਕਾਸ ਕਰਨਾ, ਠੀਕ ਹੈ। ਲੋਕ ਸ਼ਬਦ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ? ਫੋਕ। ਲੋਕ ਨੂੰ ਫੋਕ ਕਿਹਾ ਜਾਂਦਾ ਹੈ। ਲੋਕਧਾਰਾ ਨੂੰ ਫੋਕਲੋਰ ਕਿਹਾ ਜਾਂਦਾ ਹੈ, ਠੀਕ ਹੈ। ਸਵਰ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਲਗਾ ਮਾਤਰਾਵਾਂ, ਠੀਕ ਹੈ। ਲੋਕਵਾਰਾਂ ਦੀ ਗਿਣਤੀ ਕਿੰਨੀ ਹੈ? 9। ਜਾਮਾਂਗਾ ਕਿਹੜਾ ਉਪਭਾਸ਼ਾਈ ਰੂਪ ਹੈ? ਪੁਆਧੀ। ਚਾਹੀਦਾ ਸ਼ਬਦ ਨੂੰ ਮਲਵਈ ਵਿੱਚ ਕੀ ਬੋਲਦੇ ਹਨ? ਚਾਹੀਦਾ। ਪੰਜਾਬੀ ਭਾਸ਼ਾ ਦਾ ਟਕਸਾਲੀ ਉਪਭਾਸ਼ਾਈ ਰੂਪ ਕਿਹੜਾ ਹੈ? ਮਾਝੀ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ। ਪੰਜਾਬੀ ਭਾਸ਼ਾ ਦਾ ਟਕਸਾਲੀ ਉਪਭਾਸ਼ਾਈ ਰੂਪ ਕਿਹੜਾ ਹੈ? ਮਾਝੀ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦੇ ਨਾਮ ਲਿਖੋ। ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ ਤੇ ਲਹਿੰਦੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ। ਕਿਰਿਆ ਕਰਤਾ ਕਰਮ ਦੀ ਵਿਆਕਰਨਿਕ ਤਰਤੀਬ ਲਿਖੋ। ਵਿਆਕਰਨਿਕ ਪੁੱਛੀ ਆ, ਆਉਣਾ ਵਾ ਕਰਤਾ ਕਰਮ ਤੇ ਕਿਰਿਆ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ। ਮਾਸਟਰ ਗੇਡ ਪੰਜਾਬੀ 'ਚ ਆ ਚੁੱਕਾ ਵਾ। ਕਰਤਾ ਕਰਮ ਕਿਰਿਆ, ਪਹਿਲੇ ਕਰਤਾ ਆਉਂਦਾ ਵਾ, ਫਿਰ ਕਰਮ ਆਉਂਦਾ ਤੇ ਲਾਸਟ ਵਿੱਚ ਕਿਰਿਆ ਆਉਂਦੀ ਆ, ਠੀਕ ਹੈ। ਵਾਕ ਵਿੱਚ ਉਦੇਸ਼ ਤੋਂ ਕੀ ਭਾਵ ਹੈ? ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਏ ਉਹ ਆ ਉਦੇਸ਼। ਵਾਕ ਦੇ 2 ਰੂਪ ਆ, ਉਦੇਸ਼ ਤੇ ਵਧੇਅ। ਜਿਸ ਬਾਰੇ ਗੱਲ ਕੀਤੀ ਜਾਏ ਉਹ ਉਦੇਸ਼ ਆ। ਜਿਸ ਬਾਰੇ ਗੱਲ ਕੀਤੀ ਜਾਏ ਉਹ ਉਦੇਸ਼ ਆ। ਜੋ ਗੱਲ ਕੀਤੀ ਜਾਂਦੀ ਆ ਉਹ ਵਧੇਅ ਹੁੰਦਾ ਹੈ, ਠੀਕ ਹੈ। ਵਾਕ ਵਿੱਚ ਉਦੇਸ਼ ਤੋਂ ਕੀ ਭਾਵ ਆ? ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ ਉਹ ਹੁੰਦਾ ਉਦੇਸ਼। ਵਾਕ ਵਿੱਚ ਵਧੇਅ ਤੋਂ ਕੀ ਭਾਵ ਹੈ? ਵਾਕ ਵਿੱਚ ਉਦੇਸ਼ ਬਾਰੇ ਜੋ ਗੱਲ ਕੀਤੀ ਜਾਵੇ ਉਹ ਹੁੰਦਾ ਵਾ ਵਧੇਅ। ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਰਾਮ ਰੋਟੀ ਖਾਂਦਾ ਹੈ। ਰਾਮ ਕੀ ਆ? ਉਦੇਸ਼। ਰੋਟੀ ਖਾਂਦਾ ਹੈ, ਇਹ ਕੀ ਹੈ? ਵਧੇਅ। ਰਾਮ ਉਦੇਸ਼ ਆ, ਰੋਟੀ ਖਾਂਦਾ ਹੈ ਵਧੇਅ, ਠੀਕ ਹੈ। ਕਰਤਾ ਤੋਂ ਕੀ ਭਾਵ ਹੈ? ਵਾਕ ਵਿੱਚ ਜਿਹੜੇ ਸ਼ਬਦ ਕਿਸੇ ਕੰਮ ਨੂੰ ਕਰਨ ਵਾਲੇ ਨੂੰ ਅੰਕਿਤ ਕਰਦੇ ਹੋਣ ਉਹ ਆ ਕਰਤਾ। ਵਾਕ ਵਿੱਚ ਕਰਮ ਤੋਂ ਕੀ ਭਾਵ ਹੈ? ਵਾਕ ਵਿੱਚ ਜਿਸ ਵਸਤੂ ਵਰਤਾਰੇ ਤੇ ਕਿਰਿਆ ਵਾਪਰਦੀ ਆ ਉਹ ਆ ਕਰਮ। ਜਿਵੇਂ ਰਾਮ ਫੁੱਟਬਾਲ ਖੇਡਦਾ ਹੈ। ਰਾਮ ਕੀ ਆ? ਕਰਤਾ। ਫੁੱਟਬਾਲ ਕੀ ਆ? ਕਰਮ, ਠੀਕ ਹੈ। ਕਿਰਿਆ ਤੋਂ ਕੀ ਭਾਵ ਹੈ? ਵਾਕ ਵਿੱਚ ਉਹ ਸ਼ਬਦ ਜੋ ਕੰਮ ਦੇ ਹੋਣ ਜਾਂ ਵਾਪਰਨ ਬਾਰੇ ਕਾਲ ਸਹਿਤ ਜਾਣਕਾਰੀ ਦਿੰਦੇ ਹਨ ਉਹ ਕੀ ਆ? ਕਿਰਿਆ। ਕੀ ਵਧੇਅ ਤੋਂ ਬਿਨਾਂ ਸੰਪੂਰਨ ਵਾਕ ਦੀ ਸਿਰਜਣਾ ਸੰਭਵ ਹੈ? ਨਹੀਂ। ਕੀ ਕਰਤਾ ਤੋਂ ਬਿਨਾਂ ਵਾਕ ਰਚਿਆ ਜਾ ਸਕਦਾ ਹੈ? ਹਾਂ। ਕੀ ਕਿਰਿਆ ਤੋਂ ਬਿਨਾਂ ਸੰਪੂਰਨ ਵਾਕ ਬਣਾਉਣਾ ਸੰਭਵ ਹੈ? ਨਹੀਂ। ਸ਼ਬਦਕੋਸ਼ ਕੀ ਹੈ? ਵਰਣਮਾਲਾ ਦੀ ਤਰਤੀਬ ਅਨੁਸਾਰ ਸ਼ਬਦਾਂ ਦਾ ਸੰਗ੍ਰਹਿ ਜਿਸ ਵਿੱਚ ਸ਼ਬਦਾਂ ਦੇ ਅਰਥਾਂ ਸਮੇਤ ਹੋਰ ਵੇਰਵੇ ਦਿੱਤੇ ਗਏ ਹੁੰਦੇ ਹਨ ਉਹ ਕੀ ਹੈ? ਸ਼ਬਦਕੋਸ਼। ਵਰਣਮਾਲਾ ਦੀ ਤਰਤੀਬ ਅਨੁਸਾਰ ਮਤਲਬ ਕਿ ਪਹਿਲੇ ਊੜੇ ਵਾਲੇ ਅੱਖਰ, ਫਿਰ ਐੜੇ ਵਾਲੇ, ਈੜੀ ਵਾਲੇ, ਇਸ ਤਰ੍ਹਾਂ ਤਰਤੀਬ ਅਨੁਸਾਰ ਊੜਾ, ਐੜਾ, ਈੜੀ, ਸੱਸਾ, ਇਸ ਤਰ੍ਹਾਂ ਸਾਰੇ ਅੱਖਰ ਹੋਣ ਜਿਸ ਵਿੱਚ ਸ਼ਬਦਾਂ ਦੇ ਅਰਥਾਂ ਸਮੇਤ ਹੋਰ ਵੇਰਵੇ ਵੀ ਦਿੱਤੇ ਹੋਣ, ਠੀਕ ਹੈ। ਸ਼ਬਦ ਵੀ ਅਤੇ ਉਹਦੇ ਅਰਥ ਵੀ ਦਿੱਤੇ ਹੋਣ ਉਹ ਕੀ? ਸ਼ਬਦਕੋਸ਼। ਪੰਜਾਬੀ ਸੂਬੇ ਦੀ ਭਾਸ਼ਾ ਦੇ ਆਧਾਰ ਤੇ ਵੰਡ ਕਦੋਂ ਕੀਤੀ ਗਈ? 1 ਨਵੰਬਰ 1966 ਨੂੰ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ। 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਵੰਡ ਕੀਤੀ ਗਈ ਸੀ ਪੰਜਾਬੀ ਸੂਬੇ ਦੀ। ਪੰਜਾਬੀ ਭਾਸ਼ਾ ਦੀ ਹਾਹਾ ਧੁਨੀ ਕਿਸ ਸ਼੍ਰੇਣੀ ਵਿੱਚ ਆਉਂਦੀ ਹੈ? ਸੁਰਜੰਤਰੀ 'ਚ। ਹਾਹਾ ਸੁਰਜੰਤਰੀ ਆ, ਇਹ ਪੀਟੈਟ ਲਈ ਇੰਪੋਰਟੈਂਟ ਆ। ਲਘੂ ਤੇ ਗੁਰੂ ਮਾਤਰਾਵਾਂ ਕਿਸ ਛੰਦ ਨਾਲ ਸੰਬੰਧਿਤ ਹਨ? ਮਾਤ੍ਰਿਕਾ ਏ। ਕੀ ਪੰਜਾਬੀ ਭਾਸ਼ਾ ਨੂੰ ਕਿਸੇ ਹੋਰ ਲਿਪੀ ਵਿੱਚ ਲਿਖਿਆ ਜਾ ਸਕਦਾ ਹੈ? ਹਾਂ।
ਕੀ ਪੰਜਾਬੀ ਭਾਸ਼ਾ ਨੂੰ ਰੋਮਨ ਲਿਪੀ ਵਿੱਚ ਲਿਖ ਕੇ ਸੰਚਾਰ ਕੀਤਾ ਜਾ ਸਕਦਾ ਹੈ? ਹਾਂ। ਕੀ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਵਿੱਚ ਲਿਖ ਕੇ ਸੰਚਾਰ ਕੀਤਾ ਜਾ ਸਕਦਾ ਹੈ? ਹਾਂ। ਕਿਸੇ ਇੱਕ ਪੰਜਾਬੀ ਧੁਨੀ ਦਾ ਨਾਮ ਲਿਖੋ ਜੋ ਅੰਗਰੇਜ਼ੀ ਭਾਸ਼ਾ ਵਿੱਚ ਨਹੀਂ ਮਿਲਦੀ। ਰਾੜਾ, ਟੈਂਕਾ, ਠੱਠਾ ਤੇ ਲੱਲੇ ਪੈਰ ਬਿੰਦੀ। ਪੰਜਾਬੀ ਭਾਸ਼ਾ ਦੀਆਂ ਗੁਲਾਈ ਰਹਿਤ ਧੁਨੀਆਂ ਕਿਹੜੀਆਂ ਹਨ? ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਐੜੇ ਨੂੰ ਦੋ ਲਾਵਾਂ, ਐੜੇ ਨੂੰ ਕੰਨਾ ਤੇ ਐੜਾ ਮੁਕਤਾ। ਮੋਸਟ ਇੰਪੋਰਟੈਂਟ ਕੁਐਸਚਨ ਆ, ਗੁਲਾਈ ਰਹਿਤ ਤੇ ਗੁਲਾਈਦਾਰ ਧੁਨੀਆਂ ਕਿਹੜੀਆਂ ਹਨ? ਠੀਕ ਹੈ, ਗੁਲਾਈਦਾਰ ਤੇ ਗੁਲਾਈ ਰਹਿਤ ਧੁਨੀਆਂ ਦਾ ਮੈਂ ਚਾਰਟ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਪਾ ਦੇਵਾਂਗੀ। ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 5 ਪ੍ਰਕਾਰ ਦੇ। ਲਿੰਗ 2 ਪ੍ਰਕਾਰ ਦੇ ਹੁੰਦੇ ਨੇ। ਵਚਨ ਵੀ 2 ਪ੍ਰਕਾਰ ਦੇ ਹੁੰਦੇ ਨੇ। ਪੜਨਾਂਵ 6 ਪ੍ਰਕਾਰ ਦੇ ਹੁੰਦੇ ਨੇ। ਵਿਸ਼ੇਸ਼ਣ 5 ਪ੍ਰਕਾਰ ਦੇ ਨੇ। ਕਿਰਿਆ 2 ਪ੍ਰਕਾਰ ਦੀ ਆ। ਕਾਲ 3 ਪ੍ਰਕਾਰ ਦੇ ਨੇ। ਠੀਕ ਹੈ, ਇਹ ਸਾਰੀ ਵਿਆਕਰਨ ਤੇ ਅਸੀਂ ਵੀਡੀਓ ਬਣਾਈਆਂ ਵਾ, ਕੱਲੇ ਟੌਪਿਕ ਤੇ। ਨਾਮ, ਪੜਨਾਂਵ, ਕਿਰਿਆ, ਵਿਸ਼ੇਸ਼ਣ, ਕਾਲ, ਕਿਰਿਆ, ਤੁਸੀਂ ਉਹ ਦੇਖ ਲਿਓ ਪਲੇਲਿਸਟ 'ਚ ਜਾ ਕੇ। ਪੰਜਾਬੀ ਵਿਆਕਰਨ ਵਾਲੀ ਪਲੇਲਿਸਟ ਆ। ਲਗਾਂ ਕਿੰਨੀਆਂ ਕਿਸਮਾਂ ਦੀਆਂ ਹੁੰਦੀਆਂ ਹਨ? 2 ਦੀਆਂ, ਲਘੂ ਤੇ ਗੁਰੂ। ਮੈਂ ਹਰ ਰੋਜ਼ ਸੈਰ ਕਰਦਾ ਹਾਂ, ਇਹ ਵਾਕ ਦੀ ਕਿਹੜੀ ਕਿਸਮ ਆ? ਇਹ ਸਧਾਰਨ ਵਾਕ ਆ। ਠੀਕ ਹੈ, ਸਿੰਪਲ ਦੱਸਿਆ ਹੋਇਆ ਵਾ, ਮੈਂ ਹਰ ਰੋਜ਼ ਸੈਰ ਕਰਦਾ ਹਾਂ। ਨਾ ਇਹਦੇ ਵਿੱਚ ਯੋਜਕ ਲੱਗਾ ਵਾ, ਨਾ ਇਹਦੇ ਵਿੱਚ ਸੰਬੰਧਕ ਲੱਗਾ ਵਾ। ਠੀਕ ਹੈ, ਇਹ ਸਿੰਪਲ ਵਾਕ ਆ, ਇਸ ਲਈ ਸਧਾਰਨ ਵਾਕ ਆ। ਉਹ ਅੱਜ ਸਟੇਸ਼ਨ ਗਿਆ ਪਰ ਛੇਤੀ ਹੀ ਘਰ ਮੁੜ ਆਇਆ, ਕਿਹੜੀ ਕਿਸਮ ਆ ਇਹ? ਇਹਦੇ ਵਿੱਚ ਲੱਗਾ ਵਾ ਪਰ, ਇਹ ਆ ਸੰਯੁਕਤ ਵਾਕ ਆ। ਜੋ ਵਿਦਿਆਰਥੀ ਮਿਹਨਤ ਕਰਨਗੇ ਪਾਸ ਹੋ ਜਾਣਗੇ, ਇਹ ਮਿਸ਼ਰਿਤ ਵਾਕ ਆ। ਮਿਸ਼ਰਿਤ ਵਾਕਾਂ ਵਿੱਚ ਅਧੀਨ ਉਪਵਾਕ ਕਿੰਨੇ ਹੁੰਦੇ ਹਨ? 1 ਜਾਂ 1 ਤੋਂ ਵੱਧ ਹੁੰਦੇ ਨੇ। ਉਸਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ, ਇਸ ਵਿੱਚ ਪ੍ਰਧਾਨ ਜਾਂ ਮੁੱਖ ਉਪਵਾਕ ਕਿਹੜਾ ਵਾ? ਉਸਨੇ ਕਿਹਾ। ਠੀਕ ਹੈ, ਬਜ਼ੁਰਗ ਨੇ ਅਸੀਸ ਦਿੰਦਿਆਂ ਕਿਹਾ ਕਿ ਜੁਗ ਜੁਗ ਜੀਓ, ਇਸ ਵਿੱਚ ਅਧੀਨ ਉਪਵਾਕ ਕਿਹੜਾ ਹੈ? ਜੁਗ ਜੁਗ ਜੀਓ। ਉਹ ਅੱਜ ਸੈਰ ਕਰਨ ਗਿਆ ਪਰ ਉਹ ਛੇਤੀ ਹੀ ਘਰ ਮੁੜ ਆਇਆ, ਇਸ ਵਾਕ ਵਿੱਚ ਪਰ ਕੀ ਹੈ? ਪਰ ਵਾ ਯੋਜਕ। ਇਹ ਕੁਐਸਚਨ ਅਸੀਂ ਪਹਿਲੀ ਵੀਡੀਓ 'ਚ ਡਿਸਕਸ ਕੀਤਾ ਵਾ, ਯੋਜਕ ਕਿਹੜੇ ਹੁੰਦੇ ਨੇ ਤੇ ਸੰਬੰਧਕ ਕਿਹੜੇ ਹੁੰਦੇ ਨੇ। ਠੀਕ ਹੈ, ਇਹ ਆਪਣੀ ਕਾਪੀ ਤੇ ਨੋਟ ਕਰਕੇ ਰੱਖ ਲਓ। ਵਾਕੀ ਹਰਪਾਲ ਜਾਣਦਾ ਸੀ ਕਿ ਉਹ ਪਾਸ ਹੈ, ਇਸ ਮਿਸ਼ਰਿਤ ਵਾਕ ਦਾ ਸਧਾਰਨ ਵਾਕ ਬਣਾਓ। ਹਰਪਾਲ ਆਪਣੇ ਪਾਸ ਹੋਣ ਬਾਰੇ ਜਾਣਦਾ ਸੀ। ਠੀਕ ਹੈ, ਇਹ ਮਿਸ਼ਰਿਤ ਵਾਕ ਕਿਉਂ ਆ? ਕਿਉਂਕਿ ਇਹਦੇ ਵਿੱਚ ਲੱਗਾ ਵਾ ਕੀ ਲੱਗਾ ਵਾ? ਇਹ ਮਿਸ਼ਰਿਤ ਵਾਕ। ਮੇਰੇ ਕੋਲ 1 ਪੈਨ ਤੇ 2 ਕਾਪੀਆਂ ਹਨ, ਇਸ ਸਧਾਰਨ ਵਾਕ ਤੋਂ ਸੰਯੁਕਤ ਵਾਕ ਬਣਾਓ। ਮੇਰੇ ਕੋਲ 1 ਪੈਨ ਹੈ ਅਤੇ 2 ਕਾਪੀਆਂ ਹਨ। ਵੇ ਭਾਈ ਕਿਹੜੀ ਕਿਸਮ ਦਾ ਵਿਸਮਿਕ ਹੈ? ਸੰਬੋਧਨੀ। ਆਵਾਜ਼ ਮਾਰੀ ਆ, ਵੇ ਭਾਈ। ਠਹਿਰ ਜਾ ਕਿਹੜੀ ਕਿਸਮ ਦਾ ਵਿਸਮਿਕ ਆ? ਸੂਚਨਾਵਾਚਕ ਵਿਸਮਿਕ ਆ। ਵਾਵਾ ਕਿਹੜੀ ਕਿਸਮ ਦਾ ਵਿਸਮਿਕ ਆ? ਪ੍ਰਸ਼ੰਸਾਵਾਚਕ, ਪ੍ਰਸ਼ੰਸਾ ਕੀਤੀ ਗਈ ਆ, ਵਾਵਾ। ਅਫਸੋਸ ਕਿਹੜਾ ਵਿਸਮਿਕ ਆ? ਸ਼ੋਕਵਾਚਕ। ਜੀ ਆਇਆਂ ਨੂੰ ਕਿਹੜਾ ਵਿਸਮਿਕ ਆ? ਸਤਿਕਾਰਵਾਚਕ ਵਿਸਮਿਕ ਆ। ਠੀਕ ਹੈ, ਲੱਖ ਲਾਹਨਤ ਕਿਹੜੀ ਕਿਸਮ ਦਾ ਵਿਸਮਿਕ ਆ? ਫਿਟਕਾਰਵਾਚਕ। ਜੁਗ ਜੁਗ ਜੀਵੇ ਕਿਹੜੀ ਕਿਸਮ ਦਾ ਵਿਸਮਿਕ ਆ? ਅਸੀਸ ਦਿੱਤੀ ਗਈ ਆ, ਅਸੀਸਵਾਚਕ ਆ। ਹੇ ਰੱਬਾ ਕਿਹੜੀ ਕਿਸਮ ਦਾ ਵਿਸਮਿਕ ਆ? ਇੱਛਾਵਾਚਕ ਵਿਸਮਿਕ ਆ। ਵਾਹ ਭਾਈ ਵਾਹ ਕਿਹੜੀ ਕਿਸਮ ਦਾ ਵਿਸਮਿਕ ਆ? ਹੈਰਾਨੀਵਾਚਕ ਆ, ਵਾਹ ਭਾਈ ਵਾਹ। ਮਾਸਟਰ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ? ਆਮ ਨਾਮ ਆ। ਇਹ ਆਮ ਨਾਮ ਕਿਉਂ ਆ? ਕਿਉਂਕਿ ਮਾਸਟਰ ਕਿਹਾ ਗਿਆ ਵਾ, ਸਮੁੱਚੀ ਜਾਤੀ ਲਈ ਵਰਤਿਆ ਗਿਆ ਵਾ। ਜੇ ਇਹਦੀ ਜਗ੍ਹਾ ਕਿਸੇ ਦਾ ਨਾਮ ਹੁੰਦਾ ਫਿਰ ਇਹ ਖਾਸ ਨਾਮ ਹੋ ਜਾਣਾ ਸੀ। ਠੀਕ ਹੈ, ਮਾਸਟਰ ਆ, ਸਾਰੀ ਸਮੁੱਚੀ ਜਾਤੀ ਲਈ ਵਰਤਿਆ ਗਿਆ ਵਾ ਮਾਸਟਰ, ਇਹ ਆ ਆਮ ਨਾਮ। ਜਲੰਧਰ ਨਾਮ ਦੀ ਕਿਹੜੀ ਕਿਸਮ ਹੈ? ਇਹ ਆ ਖਾਸ ਨਾਮ, ਕਿਉਂਕਿ ਸ਼ਹਿਰ ਦਾ ਨਾਮ ਦਿੱਤਾ ਵਾ ਜਲੰਧਰ। ਜੇ ਹੁੰਦਾ ਸ਼ਹਿਰ ਫਿਰ ਆਮ ਨਾਮ ਹੋਣਾ ਸੀ, ਜਲੰਧਰ ਦਿੱਤਾ ਵਾ, ਖਾਸ ਨਾਮ ਆ ਇਹ। ਟੀਮ ਨਾਮ ਦੀ ਕਿਹੜੀ ਕਿਸਮ ਹੈ? ਟੀਮ ਇਕੱਠਵਾਚਕ ਨਾਮ ਆ। ਕਣਕ ਵਸਤੂਵਾਚਕ ਨਾਮ ਆ। ਠੀਕ ਹੈ, ਕਣਕ ਨੂੰ ਅਸੀਂ ਮਾਪ ਸਕਦੇ ਹਾਂ, ਤੋਲ ਸਕਦੇ ਹਾਂ। ਠੀਕ ਹੈ, ਪਿਆਰ ਨਾਮ ਦੀ ਕਿਹੜੀ ਕਿਸਮ ਹੈ? ਇਹ ਆ ਭਾਵਵਾਚਕ, ਇਸ ਨੂੰ ਅਸੀਂ ਫੀਲ ਕਰ ਸਕਦੇ ਹਾਂ। ਮੈਂ ਪੜਨਾਮ ਦੀ ਕਿਹੜੀ ਕਿਸਮ ਹੈ? ਪੁਰਖਵਾਚਕ ਪੜਨਾਮ ਆ ਮੈਂ। ਆਪ ਪੜਨਾਮ ਦੀ ਕਿਹੜੀ ਕਿਸਮ ਆ? ਨਿੱਜਵਾਚਕ। ਜੋ ਜਿਹੜਾ ਪੜਨਾਮ ਦੀ ਕਿਹੜੀ ਕਿਸਮ ਹੈ? ਸੰਬੰਧਵਾਚਕ ਪੜਨਾਮ। ਉਹ ਇਹ ਪੜਨਾਮ ਦੀ ਕਿਹੜੀ ਕਿਸਮ ਆ? ਨਿਸ਼ਚੈਵਾਚਕ ਪੜਨਾਮ। ਕਈ ਸਾਰੇ ਪੜਨਾਮ ਦੀ ਕਿਹੜੀ ਕਿਸਮ ਹੈ? ਅਨਿਸ਼ਚੈਵਾਚਕ ਪੜਨਾਮ। ਪੜਨਾਮ ਤੇ ਅਸੀਂ ਵੀਡੀਓ ਬਣਾਈ ਹੈ, ਤੁਸੀਂ ਉਹ ਦੇਖ ਲਿਓ। ਪੁਰਖਵਾਚਕ ਪੜਨਾਮ ਕਿੰਨੀਆਂ ਕਿਸਮਾਂ ਦਾ ਹੁੰਦਾ ਵਾ? 3 ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ। ਕਾਰਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ? 8। ਸ਼ਾਮ ਨੇ ਰੋਟੀ ਖਾਧੀ, ਇਸ ਵਾਕ ਵਿੱਚ ਕਿਹੜਾ ਕਾਰਕ ਹੈ? ਇਹ ਆ ਕਰਮ ਕਾਰਕ ਆ। ਮੈਂ ਅਖਬਾਰ ਪੜ੍ਹ ਰਿਹਾ ਹਾਂ, ਇਸ ਵਾਕ ਵਿੱਚ ਕਿਹੜਾ ਕਾਰਕ ਹੈ? ਕਰਤਾ ਕਾਰਕ। ਭਗਤ ਸਿੰਘ ਨੇ ਦੇਸ਼ ਲਈ ਜਾਨ ਵਾਰ ਦਿੱਤੀ, ਇਸ ਵਾਕ ਵਿੱਚ ਕਿਹੜਾ ਕਾਰਕ ਹੈ? ਕਰਮ ਕਾਰਕ। ਠੀਕ ਹੈ, ਜਾਨ ਵਾਰ ਦਿੱਤੀ ਕਰਮ ਕਾਰਕ ਆ।
ਉਸ ਦਾ ਪੈਨ ਗਵਾਚ ਗਿਆ ਹੈ। ਇਸ ਵਾਕ ਵਿੱਚ ਕਿਹੜਾ ਕਾਰਕ ਹੈ? ਸੰਬੰਧਕੀ ਕਾਰਕ ਆ, ਠੀਕ ਹੈ। ਓਏ ਜਵਾਨਾ, ਇਸ ਵਾਕ ਵਿੱਚ ਕਿਹੜਾ ਕਾਰਕ ਹੈ? ਸੰਬੋਧਨੀ ਕਾਰਕ ਆ। ਜਿਸ ਮੂਲ ਸ਼ਬਦ ਤੋਂ ਹੋਰ ਸ਼ਬਦ ਬਣਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ? ਧਾਤੂ। ਮੋਸਟ ਇੰਪੋਰਟੈਂਟ ਕੁਐਸਚਨ ਆ। ਮੂਲ ਰੂਪ ਜਾਂ ਧਾਤੂ ਨਾਲ ਜੁੜ ਕੇ ਸ਼ਬਦ ਸਿਰਜਣਾ ਵਾਲੇ ਤੱਤ ਜਾਂ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਵਿਧੇਤਰ। ਮੂਲ ਰੂਪ ਜਾਂ ਧਾਤੂ ਨਾਲ ਜੁੜ ਕੇ ਜਿਹੜੇ ਸ਼ਬਦ ਸਿਰਜਣਾ ਕਰਦੇ ਨੇ ਉਹ ਵਾਲੇ ਸ਼ਬਦ ਜਾਂ ਤੱਤ ਨੂੰ ਕੀ ਕਹਿੰਦੇ ਨੇ? ਵਿਧੇਤਰ। ਪੰਜਾਬੀ ਭਾਸ਼ਾ ਵਿੱਚ ਕਿੰਨੇ ਪ੍ਰਕਾਰ ਦੇ ਵਿਧੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ? 3 ਤਰ੍ਹਾਂ ਦੀ: ਅਗੇਤਰ, ਮਧੇਤਰ ਤੇ ਪਿਛੇਤਰ। ਧੁਨੀ ਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ? 3: ਉਚਾਰਨ, ਸੰਚਾਰੀ ਤੇ ਸਰਵਣੀ ਧੁਨੀ ਵਿਗਿਆਨ। ਧੁਨੀ ਵਿਉਂਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਖੰਡੀ ਤੇ ਅਖੰਡੀ ਵਿਉਂਤ। ਧੁਨੀ ਵਿਉਂਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਖੰਡੀ ਤੇ ਅਖੰਡੀ। ਖੰਡੀ ਧੁਨੀ ਵਿਉਂਤ ਵਿੱਚ ਕੀ ਹੁੰਦਾ ਵਾ? ਸਵਰ, ਵਿਅੰਜਨ ਤੇ ਅਰਧ ਸਵਰ। ਅਖੰਡੀ ਧੁਨੀ ਵਿਉਂਤ ਵਿੱਚ ਕੀ ਹੁੰਦਾ ਵਾ? ਪਿੱਚ, ਸੁਰ, ਵਾਕ, ਦਬਾਅ ਤੇ ਨਾਸਿਕਤਾ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ, ਸਾਹ ਕੱਢਣ ਸਮੇਂ ਕੋਈ ਰੋਕ ਨਾ ਪਵੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਸਵਰ। ਕੋਈ ਰੋਕ ਨਾ ਪਵੇ ਉਹ ਕੀ ਆ? ਸਵਰ। ਤੇ ਜਿਨ੍ਹਾਂ ਵਿੱਚ ਰੋਕ ਪਏ ਉਹ ਆ ਵਿਅੰਜਨ। ਸਵਰ ਕਿਹੜੇ ਨੇ? ਊੜਾ, ਐੜਾ, ਈੜੀ। ਇਹ ਸਿੱਧੇ ਨਿਕਲਦੇ ਨੇ, ਰੋਕ ਨਹੀਂ ਪੈਂਦੀ, ਇਹ ਆ ਸਵਰ। ਵਿਅੰਜਨ ਪੱਪਾ ਦਾ ਉਚਾਰਨ ਸਥਾਨ ਕਿਹੜਾ ਹੈ? 2 ਹੋਠੀ, ਠੀਕ ਹੈ। ਪੱਪਾ ਇਹ ਪੀਟਰ 'ਚ ਵੀ ਆ ਚੁੱਕਾ ਵਾ। ਵਿਅੰਜਨ ਨੰਨਾ ਦਾ ਉਚਾਰਨ ਸਥਾਨ ਕਿਹੜਾ ਹੈ? ਕਠੋਰ ਤਾਲੂ। ਨੰਨਾ ਜਦੋਂ ਅਸੀਂ ਬੋਲਦੇ ਸਾਡੀ ਜੀਭ ਤਾਲੂ ਨਾਲ ਲੱਗਦੀ ਹੈ, ਕਠੋਰ ਤਾਲੂ ਨਾਲ, ਠੀਕ ਹੈ। ਵਿਅੰਜਨ ਠੱਠਾ ਦਾ ਉਚਾਰਨ ਸਥਾਨ ਕਿਹੜਾ ਹੈ? ਮੂਰਧਨੀ ਜਾਂ ਉਲਟ ਜੀਭੀ। ਠੱਠਾ ਜਦੋਂ ਅਸੀਂ ਠੱਠਾ ਬੋਲਦੇ ਹਾਂ ਤਾਂ ਸਾਡੀ ਜੀਭ ਉਲਟ ਹੁੰਦੀ ਆ। ਠੱਠਾ ਉਲਟ ਜੀਭੀ ਨੂੰ ਹੀ ਮੂਰਧਨੀ ਕਹਿੰਦੇ ਨੇ, ਠੀਕ ਹੈ। ਉਲਟ ਜੀਭੀ ਨੂੰ ਹੀ ਮੂਰਧਨੀ ਕਿਹਾ ਜਾਂਦਾ ਵਾ। ਪੰਜਾਬੀ ਵਿੱਚ ਕਿੰਨੀਆਂ ਸੁਰਾਂ ਹਨ? 3 ਵਾ। ਉੱਚੀ ਸੁਰ, ਮੱਧਮ ਸੁਰ ਤੇ ਨੀਵੀਂ ਸੁਰ। ਜੇਕਰ ਹਾਨੀ ਸ਼ਬਦ ਵਿੱਚ ਨੰਨਾ ਲਾ ਕੇ ਇਸਤਰੀ ਲਿੰਗ ਬਣਾਇਆ ਜਾਵੇ ਤਾਂ ਉਹ ਕੀ ਬਣੇਗਾ? ਹਾਨਨ। ਇਹਨਾਂ ਸ਼ਬਦਾਂ ਵਿੱਚ ਨਾਣਾ ਲਾ ਕੇ ਪਰਿਵਰਤਨ ਕੀਤਾ ਗਿਆ ਹੈ। ਕਿਹੜੀ ਲੱਗ ਬਦਲੀ ਗਈ ਹੈ? ਜਿਵੇਂ ਖੱਤਰੀ ਤੋਂ ਖਤਰਾਣੀ, ਹਾਣੀ ਤੋਂ ਹਾਨਨ। ਕਿਹੜੀ ਲੱਗ ਬਦਲੀ ਹੈ? ਬਿਹਾਰੀ। ਹੇਠ ਲਿਖੇ ਕਿਹੜੇ ਜੋੜਿਆਂ ਵਿੱਚੋਂ ਲਗਾਂ ਦਾ ਬਦਲਾਅ ਕੀਤਾ ਗਿਆ ਹੈ? ਕਰਨ ਕਾਰਨ, ਸਰ ਸਾਰਨ, ਨਾਈ ਨਾਇਣ। ਨਾਈ ਨਾਇਣ, ਠੀਕ ਹੈ। ਚਰਖੀ ਸ਼ਬਦ ਦਾ ਸਹੀ ਪੁਲਿੰਗ ਕੀ ਹੈ? ਚਰਖਾ। ਸਪੇਰਾ, ਸਪੇਰਨ ਦੇ ਬਦਲਾਅ ਵਿੱਚ ਕਿਸ ਦਾ ਬਦਲਾਅ ਕੀਤਾ ਗਿਆ ਹੈ? ਕੰਨੇ ਦੀ ਥਾਂ ਨੰਨਾ ਲਾ ਕੇ, ਠੀਕ ਹੈ। ਸਪੇਰੇ 'ਚ ਕੰਨਾ ਲੱਗਾ ਵਾ, ਇਹਦੀ ਥਾਂ ਆਪਾਂ ਲਾਤਾ ਵਾ ਨੰਨਾ, ਠੀਕ ਹੈ। ਕੰਨੇ ਦੀ ਥਾਂ ਨੰਨਾ ਲਾ ਕੇ। ਇਹਨਾਂ ਵਿੱਚੋਂ ਕਿਹੜਾ ਸ਼ਬਦ ਇਸਤਰੀ ਲਿੰਗ ਵਿੱਚ ਨਾਰੀ ਜਾਤੀ ਦਾ ਪ੍ਰਤੀਕ ਨਹੀਂ ਹੈ? ਕੁੜੀ, ਲਾੜੀ, ਇਸਤਰੀ, ਮਰਦ। ਮਰਦ ਜਿਹੜਾ ਪੁਲਿੰਗ ਆ, ਕੁੜੀ, ਲਾੜੀ, ਇਸਤਰੀ ਇਹ ਲਿੰਗ ਨੇ। ਕੁੜੀ, ਲਾੜੀ, ਇਸਤਰੀ ਇਹ ਇਸਤਰੀ ਲਿੰਗ ਨੇ ਤੇ ਮਰਦ ਪੁਲਿੰਗ ਵਾ। ਇਹਨਾਂ ਵਿੱਚੋਂ ਕਿਹੜਾ ਅਜਿਹਾ ਸ਼ਬਦ ਹੈ ਜੋ ਪੁਲਿੰਗ ਅਤੇ ਇਸਤਰੀ ਲਿੰਗ ਦੋਹਾਂ ਲਈ ਵਰਤਿਆ ਜਾਂਦਾ ਹੈ? ਕੁਰਸੀ, ਮੇਜ਼, ਰੱਸਾ ਤੇ ਮੰਗੇਤਰ। ਇਹ ਆਏਗਾ ਮੰਗੇਤਰ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਇਸਤਰੀ ਲਿੰਗ ਨਹੀਂ ਹੈ? ਭੈਣ, ਸਾਲੀ, ਜਵਾਈ। ਜਵਾਈ ਇਸਤਰੀ ਲਿੰਗ ਨਹੀਂ ਹੈ, ਠੀਕ ਹੈ। ਇਹਨਾਂ ਵਿੱਚੋਂ ਕਿਹੜੇ ਸ਼ਬਦ ਦੇ ਪਿੱਛੇ ਬਿਹਾਰੀ ਲਾ ਕੇ ਇਸਤਰੀ ਲਿੰਗ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ? ਨਾਈ, ਸਾਥੀ ਤੇ ਬਾਂਦਰ। ਬਿਹਾਰੀ ਲਾ ਕੇ ਕਰਨੀ ਹੈ, ਬਾਂਦਰ ਤੋਂ ਬਾਂਦਰੀ। ਬਿਹਾਰੀ ਲਾ ਕੇ ਕਰਨੀ ਹੈ, ਠੀਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦਾਂ ਨੂੰ ਕੰਨਾ ਲਾ ਕੇ ਪਰਿਵਰਤਿਤ ਕੀਤਾ ਗਿਆ ਹੈ? ਕੁਰਸੀ, ਮੇਜ਼ ਤੇ ਗਾਇਕਾ। ਕਿਹਨੂੰ ਲੱਗਾ ਕੰਨਾ? ਗਾਇਕਾ ਨੂੰ। ਮਹੰਤ ਸ਼ਬਦ ਦਾ ਇਸਤਰੀ ਲਿੰਗ ਰੂਪ ਲਿਖੋ। ਮਹੰਤਨੀ। ਫਕੀਰਨੀ ਸ਼ਬਦ ਦਾ ਪੁਲਿੰਗ ਕਿਹੜਾ ਸ਼ਬਦ ਹੋਵੇਗਾ? ਫਕੀਰ। ਇਹਨਾਂ ਵਿੱਚੋਂ ਕਿਹਨਾਂ ਸ਼ਬਦਾਂ ਨੂੰ ਨਾਣੇ ਨੂੰ ਬਿਹਾਰੀ ਲਗਾ ਕੇ ਇਸਤਰੀ ਲਿੰਗ ਵਿੱਚ ਬਦਲਿਆ ਜਾ ਸਕਦਾ ਹੈ? ਕਰਨ, ਬਾਲ ਜਾਂ ਮਿਸ਼ਰਾਣੀ ਨੂੰ, ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਨਰ ਦਾ ਸਹੀ ਰੂਪ ਹੈ? ਕੁਕੜੀ, ਚੂਹੀ ਜਾਂ ਕੁੱਕੜ? ਕੁੱਕੜ। ਬਾਬਾ, ਬਾਬੇ ਵਚਨ ਵਿੱਚ ਕਿਹੜੀਆਂ ਲਗਾਂ ਦੀ ਬਦਲੀ ਕੀਤੀ ਗਈ ਹੈ? ਕੰਨਾ ਤੇ ਲਾਂ ਦੀ, ਠੀਕ ਹੈ। ਜਦੋਂ ਅਸੀਂ ਲਿਖਦੇ ਹਾਂ ਬਾਬਾ ਤੇ ਕੰਨਾ ਪਾਉਂਦੇ ਹਾਂ ਤੇ ਬਾਬੇ ਲਿਖਦੇ ਹਾਂ ਤੇ ਲਾਂ ਪਾਉਂਦੇ ਹਾਂ, ਠੀਕ ਹੈ। ਆਨਸਰ ਹੋਏਗਾ ਕੰਨਾ ਤੇ ਲਾਂ ਦੀ। ਜੇਕਰ ਕਿਸੇ ਇੱਕ ਵਚਨ ਇਸਤਰੀ ਲਿੰਗ ਵਿੱਚ ਬਿਹਾਰੀ ਲਗਾ ਕੇ ਰਾਣੀ, ਕਾਲੀ ਸ਼ਬਦ ਹੋਣ ਤਾਂ ਉਹਨਾਂ ਨਾਲ ਆ ਲਗਾ ਕੇ ਕਿਹੜੇ ਬਹੁਵਚਨ ਸ਼ਬਦ ਬਣਨਗੇ? ਰਾਣੀ ਤੋਂ ਰਾਣੀਆਂ, ਕਾਲੀ ਤੋਂ ਕਾਲੀਆਂ। ਜਿਨ੍ਹਾਂ ਇੱਕ ਵਚਨ ਸ਼ਬਦਾਂ ਦੇ ਪਿੱਛੇ ਮੁਕਤਾ ਹੋਵੇ ਉਸ ਦਾ ਬਹੁਵਚਨ ਰੂਪ ਕੀ ਹੋਵੇਗਾ? ਸ਼ਬਦਾਂ ਦੇ ਪਿੱਛੇ ਕੰਨਾ ਬਿੰਦੀ ਲਗਾਉਣਾ। ਪੰਜਾਬੀ ਵਿੱਚ ਵਾਕ ਦੇ ਖਤਮ ਹੋਣ ਤੇ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ? ਡੰਡੀ ਦੀ, ਠੀਕ ਹੈ।
ਡੰਡੀ ਦੀ, ਪ੍ਰੀਸ਼ਨ ਸੂਚਕ ਚਿੰਨ੍ਹ ਦੀ ਤੇ ਵਿਸਮਿਕ ਦੀ। ਠੀਕ ਹੈ। ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਪ੍ਰੀਸ਼ਨ ਚਿੰਨ੍ਹ ਦੀ। ਹੈਰਾਨੀ, ਖੁਸ਼ੀ, ਸਤਿਕਾਰ ਆਦਿ ਨੂੰ ਪ੍ਰਗਟ ਕਰਨ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਵਿਸਮਿਕ ਚਿੰਨ੍ਹ ਦੀ। ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ, ਅਜਿਹੇ ਸਥਾਨ 'ਤੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਕਾਮੇ ਦੀ। ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਿਆ ਜਾਵੇ ਤਾਂ ਉੱਥੇ ਕਿਸ ਚਿੰਨ੍ਹ ਦੀ ਵਰਤੋਂ ਹੁੰਦੀ ਹੈ? ਦੁਬਿੰਦੀ ਦੀ। ਉਦਾਹਰਨ ਦੇਣ ਦੇ ਸਮੇਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ? ਦੁਬਿੰਦੀ ਡੈਸ਼ ਦੀ। ਆਹ ਚਿੰਨ੍ਹ ਯਾਦ ਕਰ ਲਓ। ਚਿੰਨ੍ਹ ਪਾ ਕੇ ਵੀ ਪੁੱਛ ਲਿਆ ਜਾਂਦਾ ਵਾ ਕਿ ਇਸ ਦਾ ਕੀ ਨਾਮ ਹੈ। ਇਹ ਆ ਦੁਬਿੰਦੀ ਡੈਸ਼, 2 ਬਿੰਦੀਆਂ ਪਾ ਕੇ ਗਾੜੀ ਡੈਸ਼। ਕਿਸੇ ਦੇ ਕਹੇ ਸ਼ਬਦਾਂ ਨੂੰ ਜਦੋਂ ਉਸੇ ਤਰ੍ਹਾਂ ਹੀ ਹੂਬਹੂ ਲਿਖਣਾ ਹੋਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਦੋਹਰੇ ਪੁੱਠੇ ਕਾਮਿਆਂ ਦੀ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ, ਕਈ ਵਾਰ ਪੀਟੈਟ 'ਚ ਵੀ ਆ ਚੁੱਕਾ ਵਾ। ਸ਼ਬਦਾਂ ਦੇ ਸੰਖੇਪ ਰੂਪ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਬਿੰਦੀ ਦੀ। ਸੰਖੇਪ ਰੂਪ ਜਿਵੇਂ ਆਪਾਂ ਲਿਖਣਾ ਵਾ ਸਰਦਾਰ, ਸੱਸਾ ਪਾ ਕੇ ਲਾਗੇ ਬਿੰਦੀ ਪਾ ਦਿੱਤੀ ਜਾਂਦੀ ਆ, ਪੂਰਾ ਨਹੀਂ ਲਿਖਿਆ ਜਾਂਦਾ ਸਰਦਾਰ। ਠੀਕ ਹੈ। ਇਹ ਸ਼ੋਰਟ ਫਾਰਮ 'ਚ ਲਿਖਿਆ ਜਾਂਦਾ ਵਾ ਸਰਦਾਰ। ਪੰਜਾਬੀ ਵਿਆਕਰਣ ਤੋਂ ਕੀ ਭਾਵ ਹੈ? ਸ਼ੁੱਧ ਪੰਜਾਬੀ ਬੋਲਣ ਅਤੇ ਲਿਖਣ ਦੇ ਨਿਯਮਾਂ ਦੇ ਸੰਗ੍ਰਹਿ ਨੂੰ ਵਿਆਕਰਣ ਕਿਹਾ ਜਾਂਦਾ ਹੈ। ਸ਼ੁੱਧ ਪੰਜਾਬੀ ਬੋਲਣ ਤੇ ਲਿਖਣ ਲਈ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵਿਆਕਰਣ। ਕਿਸੇ ਬੋਲੀ ਦੇ ਇਲਾਕਾਈ ਰੂਪ ਨੂੰ ਕੀ ਕਿਹਾ ਜਾਂਦਾ ਹੈ? ਉਪਬੋਲੀ। ਜਿਹੜੇ ਕਿਸੇ ਇੱਕ ਖਾਸ ਇਲਾਕੇ ਦੀ ਬੋਲੀ ਹੋਏ ਉਹ ਕੀ ਹੈ? ਉਪਬੋਲੀ। ਕੋਈ 3 ਲਿਪੀਆਂ ਦੇ ਨਾਮ ਦੱਸੋ। ਗੁਰਮੁਖੀ ਲਿਪੀ, ਦੇਵਨਾਗਰੀ ਲਿਪੀ ਤੇ ਰੋਮਨ ਲਿਪੀ। ਠੀਕ ਹੈ। ਹਿੰਦੀ ਭਾਸ਼ਾ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ? ਦੇਵਨਾਗਰੀ ਦੀ। ਠੀਕ ਹੈ। ਹਿੰਦੀ ਭਾਸ਼ਾ ਲਿਖਣੀ ਹੋਏ ਤਾਂ ਦੇਵਨਾਗਰੀ ਲਿਪੀ ਦੀ ਵਰਤੋਂ ਹੁੰਦੀ ਹੈ। ਕੋਈ 2 ਪੜਨਾਮ ਦੱਸੋ। ਮੈਂ, ਉਹ, ਤੂੰ। ਇਹ ਆ ਪੜਨਾਮ। ਪੰਜਾਬੀ ਦੀ ਉਪਬੋਲੀ ਮਾਝੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਗੁਰਦਾਸਪੁਰ 'ਚ, ਅੰਮ੍ਰਿਤਸਰ 'ਚ, ਲਾਹੌਰ, ਤਰਨਤਾਰਨ ਤੇ ਪਠਾਨਕੋਟ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ, ਨੈਟ ਦੇ ਪੇਪਰ ਲਈ, ਪੀਟੈਟ ਲਈ ਤੇ ਮਾਸਟਰ ਕੇਡਰ ਲਈ। ਪੰਜਾਬੀ ਦੀ ਉਪਬੋਲੀ ਮਲਵਈ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਲੁਧਿਆਣਾ, ਬਠਿੰਡਾ, ਸੰਗਰੂਰ, ਮੋਗਾ ਤੇ ਬਰਨਾਲੇ 'ਚ। ਪੁਆਧੀ ਕਿੱਥੇ ਬੋਲੀ ਜਾਂਦੀ ਆ? ਪਟਿਆਲਾ, ਰੋਪੜ ਤੇ ਮਲੇਰਕੋਟਲਾ 'ਚ। ਦੁਆਬੀ ਕਿੱਥੇ ਬੋਲੀ ਜਾਂਦੀ ਆ? ਹੁਸ਼ਿਆਰਪੁਰ, ਕਪੂਰਥਲਾ ਤੇ ਜਲੰਧਰ ਵਿੱਚ। ਇਹ ਤੁਸੀਂ ਯਾਦ ਕਰ ਲਿਓ, ਮੋਸਟ ਇੰਪੋਰਟੈਂਟ ਕੁਐਸਚਨ ਆ ਇਹ। ਕੁਐਸਚਨ ਮਿਲਾਨ ਕਰਨ 'ਚ ਵੀ ਆ ਜਾਂਦਾ ਵਾ। ਇੱਕ ਸਾਈਡ ਤੇ ਪਾਣਗੇ ਮਾਝੀ, ਮਲਵਈ, ਪੁਆਧੀ, ਦੁਆਬੀ ਤੇ ਦੂਸਰੇ ਥਾਵਾਂ ਤੇ ਸ਼ਹਿਰਾਂ ਦੇ ਨਾਮ ਹੋਣਗੇ। ਠੀਕ ਹੈ। ਤੁਸੀਂ ਮਿਲਾਨ ਕਰਨੀ ਇਹਨਾਂ ਦੀ। ਫਿਰ ਪੰਜਾਬੀ ਦੀਆਂ 4 ਉਪਭਾਸ਼ਾਵਾਂ ਦੇ ਨਾਮ ਦੱਸੋ। ਪੰਜਾਬੀ ਦੀਆਂ 4 ਉਪਭਾਸ਼ਾਵਾਂ ਦੇ ਨਾਮ ਦੱਸੋ। ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ ਤੇ ਮੁਲਤਾਨੀ। ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਨਾਮ ਚੁਣੋ। ਨਾਂਵ ਕਿਹੜਾ ਵਾ? ਮੈਂ, ਤੁਸੀਂ, ਚੋਰ, ਇਹ। ਇਹਨਾਂ 'ਚੋਂ ਨਾਮ ਆ ਚੋਰ। ਮੈਂ, ਤੁਸੀਂ, ਇਹ ਕੀ ਹੈ? ਇਹ ਪੜਨਾਮ ਆ। ਨਾਮ ਚੁਣਨਾ ਵਾ, ਨਾਮ ਆ ਚੋਰ। ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਚੁਣੋ। ਕੁਰਸੀ, ਮੰਜਾ, ਕਾਲੇ, ਦੌੜ। ਇਹਨਾਂ 'ਚ ਵਿਸ਼ੇਸ਼ਣ ਆ ਕਾਲੇ। ਠੀਕ ਹੈ। ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸੰਬੰਧਕ ਚੁਣੋ। ਸੰਬੰਧਕ ਚੁਣਨਾ ਵਾ ਕਰਨ, ਖੋ ਅਤੇ ਨੇ। ਸੰਬੰਧਕ ਵਾ ਨੇ। ਹੇਠਾਂ ਦਿੱਤੇ ਸ਼ਬਦਾਂ ਵਿੱਚ ਯੋਜਕ ਚੁਣੋ। ਸ਼ਰਮ, ਗੁੜ, ਨੇ ਤੇ ਕੇ। ਇਹਦੇ 'ਚੋਂ ਕੇ ਕੀ ਆ? ਯੋਜਕ ਆ। ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਣ। ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਉਦੇਸ਼। ਵਾਕ ਵਿਚਲੇ ਉਦੇਸ਼ ਨੂੰ ਛੱਡ ਕੇ ਬਾਕੀ ਹਿੱਸਾ ਕੀ ਅਖਵਾਉਂਦਾ ਹੈ? ਵਿਧੇਯ। ਜਿਸ ਬਾਰੇ ਗੱਲ ਕੀਤੀ ਜਾਏ ਉਹ ਆ ਉਦੇਸ਼, ਜੋ ਗੱਲ ਕੀਤੀ ਜਾਂਦੀ ਆ ਉਹ ਆ ਵਿਧੇਯ। ਜਿਵੇਂ ਅਸੀਂ ਕਹਿਣਾ ਵਾ ਰਾਮ ਸਕੂਲ ਜਾਂਦਾ ਹੈ। ਵਾਕ ਵਿੱਚ ਰਾਮ ਕੀ ਆ? ਉਦੇਸ਼ ਆ। ਠੀਕ ਹੈ। ਸਕੂਲ ਜਾਂਦਾ ਹੈ, ਇਹ ਆ ਵਿਧੇਯ ਆ। ਠੀਕ ਹੈ। ਉਦੇਸ਼ ਦਾ ਵਿਧੇਯ ਆ। ਕਿਸੇ ਵਾਕ ਵਿੱਚ ਜਿਸ ਚੀਜ਼ ਵਰਤਾਰੇ ਉੱਤੇ ਕਰਤਾ ਦੁਆਰਾ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਕਰਮ। ਕਰਤੇ ਦੁਆਰਾ ਕੰਮ ਕੀਤਾ ਜਾਵੇ ਉਹ ਹੁੰਦਾ ਵਾ ਕਰਮ। ਜਿਸ ਧੁਨੀ ਨੂੰ ਉਚਾਰਨ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਜਾਂ ਪੌਣ ਧਾਰਾ ਨੱਕ ਅਤੇ ਮੂੰਹ ਦੋਵਾਂ ਵਿੱਚੋਂ ਨਿਕਲੇ ਉਸ ਨੂੰ ਕੀ ਕਿਹਾ ਜਾਂਦਾ ਹੈ? ਅਨੁਨਾਸਿਕ ਧੁਨੀ। ਠੀਕ ਹੈ। ਨੱਕ ਵਿੱਚੋਂ ਨਿਕਲੇ ਜਾਂ ਨੱਕ ਤੇ ਮੂੰਹ ਦੋਵਾਂ ਵਿੱਚੋਂ ਨਿਕਲੇ ਉਹ ਕੀ ਆ? ਅਨੁਨਾਸਿਕ ਧੁਨੀ। ਅੱਖਰਾਂ ਨਾਲ ਲੱਗਣ ਵਾਲੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਲਗਾ ਮਾਤਰਾਵਾਂ। ਜਿਹੜੇ ਅੱਖਰਾਂ ਨਾਲ ਲੱਗਦੇ ਨੇ ਜਿਵੇਂ ਊੜਾ, ਐੜਾ, ਉਹਨਾਂ ਨੂੰ ਕੀ ਕਹਿੰਦੇ ਨੇ? ਲਗਾ ਮਾਤਰਾਵਾਂ। ਲਗਾ ਮਾਤਰਾ ਤੋਂ ਮੁਕਤ ਅੱਖਰ ਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਕਹਿੰਦੇ ਨੇ ਮੁਕਤਾ। ਜਿਹੜੇ ਅੱਖਰ ਨਾਲ ਕੋਈ ਲਗਾ ਮਾਤਰਾ ਨਾ ਲੱਗੀ ਹੋਏ ਉਹ ਹੁੰਦਾ ਵਾ ਮੁਕਤਾ।
ਜਿਵੇਂ ਐੜਾ, ਮੰਮਾ, ਰਾਰਾ, ਇਹਦੇ ਨਾਲ ਕੋਈ ਲਗਾ ਮਾਤਰ ਨਹੀਂ ਲੱਗੀ ਹੋਈ, ਠੀਕ ਹੈ, ਇਸ ਲਈ ਇਹ ਮੁਕਤਾ ਵਾ। ਅਮਰ। ਜਿਹੜੇ ਚਿੰਨ੍ਹ ਲਗਾ ਨਾਲ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਜਿਹੜੇ ਚਿੰਨ੍ਹ ਲਗਾ ਨਾਲ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਉਹਨਾਂ ਨੂੰ ਕਹਿੰਦੇ ਨੇ ਲਗਾਖਰ। ਬਿੰਦੀ, ਟਿੱਪੀ ਤੇ ਅਦਕ, ਠੀਕ ਹੈ, ਬਿੰਦੀ, ਟਿੱਪੀ ਤੇ ਅਦਕ, ਉਹਨਾਂ ਨੂੰ ਕਹਿੰਦੇ ਨੇ ਲਗਾਖਰ। ਉਹ ਸ਼ਬਦ ਜੋ ਕਿਸੇ ਜੀਵ, ਵਸਤੂ ਜਾਂ ਸਥਾਨ ਦੇ ਨਾਂ ਲਈ ਵਰਤਿਆ ਜਾਂਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਨਾਂਵ। ਜੋ ਸ਼ਬਦ ਨਾਮ ਦੀ ਥਾਂ ਵਰਤੇ ਜਾਣ ਉਸਨੂੰ ਕੀ ਕਹਿੰਦੇ ਨੇ? ਪੜਨਾਮ। ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਗੁਣ ਜਾਂ ਔਗੁਣ ਦੱਸੇ ਉਸਨੂੰ ਕੀ ਕਹਿੰਦੇ ਨੇ? ਵਿਸ਼ੇਸ਼ਣ। ਉਹ ਸ਼ਬਦ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ ਉਸਨੂੰ ਕੀ ਕਿਹਾ ਜਾਂਦਾ ਵਾ? ਕਿਰਿਆ। ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ ਨਾਲ ਕੰਮ ਹੋਣ ਦਾ ਸਮਾਂ, ਕਾਰਨ ਆਦਿ ਉਸਨੂੰ ਦੱਸੇ, ਉਹ ਕੀ ਹੁੰਦੇ ਨੇ? ਉਹ ਹੁੰਦੇ ਨੇ ਕਿਰਿਆ ਵਿਸ਼ੇਸ਼ਣ। ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦਾ ਇੱਕ ਦੂਜੇ ਨਾਲ ਜਾਂ ਹੋਰਨਾਂ ਨਾਲ ਸੰਬੰਧ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਸੰਬੰਧਕ। ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹ ਆ ਯੋਜਕ। ਵਾਕਾਂ ਨੂੰ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹ ਆ ਯੋਜਕ। ਉਹ ਚਿੰਨ੍ਹ ਜੋ ਦਿਲ ਦੀ ਖੁਸ਼ੀ, ਗਮੀ, ਹੈਰਾਨੀ ਆਦਿ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਵਿਸਮਿਕ ਚਿੰਨ੍ਹ। ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਚੀਜ਼ਾਂ ਦੇ ਇਕੱਠ ਦੇ ਨਾਮਕਰਨ ਵਜੋਂ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਇਕੱਠਵਾਚਕ ਨਾਂਵ। ਜਿਹੜੇ ਨਾਂਵ ਤੋਲੀਆਂ ਜਾਣ ਵਾਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਵਸਤੂਵਾਚਕ ਨਾਮ ਕਹਿੰਦੇ ਨੇ। ਜਿਹੜੇ ਨਾਮ ਮਹਿਸੂਸ ਕਰਨ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਭਾਵਵਾਚਕ ਨਾਮ ਕਹਿੰਦੇ ਨੇ। ਜਿਸ ਸ਼ਬਦ ਤੋਂ ਕਿਸੇ ਜੀਵ ਜੰਤੂ ਦੇ ਨਰ ਜਾਂ ਮਾਦਾ ਹੋਣ ਦਾ ਪਤਾ ਲੱਗਦਾ ਹੈ ਉਸਨੂੰ ਕੀ ਕਹਿੰਦੇ ਨੇ? ਲਿੰਗ। ਜੋ ਸ਼ਬਦ ਨਰ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਪੁਲਿੰਗ। ਜੋ ਸ਼ਬਦ ਮਾਦਾ ਇਸਤਰੀ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਇਸਤਰੀ ਲਿੰਗ। ਜਿਸ ਸ਼ਬਦ ਤੋਂ ਕਿਸੇ ਜੀਵ ਜਾਂ ਚੀਜ਼ ਦੇ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸਨੂੰ ਕੀ ਕਹਿੰਦੇ ਨੇ? ਵਚਨ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਚੀਜ਼ ਦਾ ਇੱਕ ਹੋਣ ਦਾ ਪਤਾ ਲੱਗੇ ਉਸਨੂੰ ਕੀ ਕਿਹਾ ਜਾਂਦਾ ਵਾ? ਇੱਕ ਵਚਨ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਚੀਜ਼ ਦੇ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸਨੂੰ ਬਹੁਵਚਨ ਕਹਿੰਦੇ ਨੇ। ਜਿਹੜੇ ਪੜਨਾਮ ਕੇਵਲ ਪੁਰਖਾਂ ਲਈ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਨੇ। ਜਿਹੜੇ ਪੜਨਾਵਾਂ ਦੀ ਵਰਤੋਂ ਕਰਤੇ ਦੀ ਥਾਂ ਤੇ ਕੀਤੀ ਜਾਵੇ ਉਸਨੂੰ ਨਿੱਜਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਯੋਜਕਾਂ ਵਾਂਗ ਵਾਕਾਂ ਨੂੰ ਜੋੜਨ ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਨੇ। ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਪ੍ਰਸ਼ਨ ਵੀ ਪੈਦਾ ਕਰਨ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਨੇ। ਜਿਹੜੇ ਪੜਨਾਮ ਸਾਹਮਣੇ ਦਿਸ ਰਹੀਆਂ ਚੀਜ਼ਾਂ ਲਈ ਇਸ਼ਾਰੇ ਦੇ ਤੌਰ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੈਵਾਚਕ ਪੜਨਾਮ ਕਹਿੰਦੇ ਨੇ। ਜਿਨ੍ਹਾਂ ਪੜਨਾਵਾਂ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਉਸਨੂੰ ਅਨਿਸ਼ਚੈਵਾਚਕ ਪੜਨਾਮ ਕਹਿੰਦੇ ਨੇ। ਜਿਹੜੇ ਵਿਸ਼ੇਸ਼ਣ ਨਾ ਪੜਨਾਮ ਦੇ ਗੁਣ ਔਗੁਣ ਦੱਸਣ ਉਸਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਹੜੇ ਵਿਸ਼ੇਸ਼ਣ ਵਸਤੂਆਂ ਦੀ ਗਿਣਤੀ ਦੱਸਣ ਉਹਨਾਂ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਹੜੇ ਵਿਸ਼ੇਸ਼ਣ ਕਿਸੇ ਚੀਜ਼ ਦੀ ਗਿਣਤੀ, ਤੋਲ ਜਾਂ ਮਾਪ ਆਦਿ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰਮਾਣਵਾਚਕ ਵਿਸ਼ੇਸ਼ਣ। ਨਾਮ ਦੇ ਨਾਲ ਮਿਲ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ? ਪੜਨਾਮੀ ਵਿਸ਼ੇਸ਼ਣ। ਜਦੋਂ ਵਾਕ ਵਿੱਚ ਕਿਰਿਆ ਦੇ ਨਾਲ ਕਰਤਾ ਅਤੇ ਕਰਮ ਦੋਵੇਂ ਹੋਣ ਤਾਂ ਉਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਸਕਰਮਕ ਕਿਰਿਆ। ਜਦੋਂ ਕਰਤਾ ਤੇ ਕਰਮ ਦੋਵੇਂ ਹੋਣ ਉਦੋਂ ਕੀ ਹੁੰਦਾ ਵਾ? ਸਕਰਮਕ ਕਿਰਿਆ। ਜਦੋਂ ਕਰਮ ਨਾ ਹੋਵੇ, ਕੱਲਾ ਕਰਤਾ ਹੋਵੇ, ਫਿਰ ਹੁੰਦੀ ਆ ਅਕਰਮਕ ਕਿਰਿਆ। ਪਾਪ ਦਾ ਵਿਰੋਧੀ ਸ਼ਬਦ ਕਿਹੜਾ ਹੈ? ਪੁੰਨ। ਖੇਸ ਸ਼ਬਦ ਦਾ ਕੀ ਅਰਥ ਹੈ? ਕੱਟਾ। ਉਹ ਧੋਪੇ ਨਾਵੇਂ ਕੀ ਰੰਗ ਸਤਰ ਵਿੱਚ ਉਹ ਸ਼ਬਦ ਕਿਸ ਲਈ ਵਰਤਿਆ ਗਿਆ ਹੈ? ਆਤਮਾ ਲਈ। ਕੁਰਸੀ ਸ਼ਬਦ ਦੇ ਪ੍ਰਸੰਗਿਕ ਅਰਥ ਕੀ ਹਨ? ਦਰਜਾ ਜਾਂ ਰੁਤਬਾ। ਪਰਮਾਤਮਾ ਦਾ ਨਾਮ ਕਿਸ ਨੂੰ ਪਵਿੱਤਰ ਕਰਦਾ ਹੈ? ਮਨੁੱਖ ਦੀ ਆਤਮਾ ਨੂੰ। ਅੰਮ੍ਰਿਤ ਦਾ ਵਿਰੋਧੀ ਸ਼ਬਦ ਕਿਹੜਾ ਹੈ? ਜ਼ਹਿਰ। ਸ਼ਾਂਤੀ ਦਾ ਵਿਰੋਧੀ ਸ਼ਬਦ ਕਿਹੜਾ ਹੈ? ਅਸ਼ਾਂਤੀ। ਦੁੱਖ ਦਾ ਵਿਰੋਧੀ ਸ਼ਬਦ ਕਿਹੜਾ ਹੈ? ਸੁੱਖ। ਆਸਤਕ ਤੋਂ ਨਾਸਤਕ, ਚੰਗਾ ਤੋਂ ਬੁਰਾ। ਨੇਕੀ ਦਾ ਵਿਰੋਧੀ ਸ਼ਬਦ ਬਦੀ। ਗੁਰਮੁਖ ਦਾ ਵਿਰੋਧੀ ਸ਼ਬਦ ਮਨਮੁਖ। ਹੁਸ਼ਿਆਰ ਦਾ ਨਲਾਇਕ। ਪੜ੍ਹਿਆ ਲਿਖਿਆ ਤੋਂ ਅਨਪੜ੍ਹ। ਕਾਲਾ ਤੋਂ ਚਿੱਟਾ। ਠੀਕ ਹੈ। ਹਾਂਜੀ, ਇਹ ਸੀ ਸਾਡੀ ਅੱਜ ਦੀ ਵੀਡੀਓ। ਜੇ ਤੁਹਾਨੂੰ ਪਸੰਦ ਆਈ ਆ ਤੇ ਲਾਈਕ ਤੇ ਸ਼ੇਅਰ ਜ਼ਰੂਰ